ਇਹਨਾਂ ਮੈਟ੍ਰਿਕਸ ਦਾ ਸਮੂਹ ਜੋ ਕਮਿਊਟ ਨਹੀਂ ਕਰਦੇ, ਉਹਨਾਂ ਨੂੰ ਆਮ ਤੌਰ ਤੇ ਨਾਨ ਅਬੇਲੀਅਨ ਗਰੁੱਪ ਕਿਹਾ ਜਾਂਦਾ ਹੈ। ਜੇਕਰ ਤੁਸੀਂ ਇੱਕ ਐਕਸਿਸ ਦੇ ਆਲੇ ਦੁਆਲੇ ਘੁੰਮਦੇ ਹੋ ਤਾਂ ਸਿਰਫ ਇੱਕ ਐਕਸਿਸ ਹੀ ਕਮਿਊਟ ਕਰੇਗੀ, ਜਾਂ ਨਹੀਂ, ਜਿਸ ਨੂੰ ਅਬੇਲੀਅਨ ਗਰੁੱਪ ਕਿਹਾ ਜਾਂਦਾ ਹੈ। ਮੈਟ੍ਰਿਕਸ ਦਾ ਗਰੁੱਪ ਜਿਸ ਵਿੱਚ ਤੁਸੀਂ ਸਿਰਫ ਇੱਕ ਐਕਸਿਸ ਬਾਰੇ ਲਿਖਦੇ ਹੋ, ਇੱਕ ਅਬੇਲੀਅਨ ਗਰੁੱਪ ਹੋਵੇਗਾ। ਪਰ ਜੇਕਰ ਤੁਹਾਡੇ ਕੋਲ ਤਿੰਨ ਐਕਸਿਸ, ਤਿੰਨ ਇੰਡੀਪੈਂਡੈਂਟ ਰੇਖਿਕ ਤੌਰ ਤੇ ਇੰਡੀਪੈਂਡੈਂਟ ਐਕਸਿਸ ਹਨ, ਤਾਂ ਆਮ ਤੌਰ ਤੇ ਰੋਟੇਸ਼ਨ ਮੈਟ੍ਰਿਕਸ ਕਮਿਊਟ ਨਹੀਂ ਕਰਦੇ ਹਨ। ਉਹਨਾਂ ਦੇ ਕਮਿਊਟ ਨਾ ਕਰਨ ਦਾ ਕਾਰਨ ਇਹ ਹੈ ਕਿ ਜਨਰੇਟਰ ਜੋ ਐਂਗੂਲਰ ਮੋਮੈਂਟਮ ਹੁੰਦੇ ਹਨ, ਉਹ ਕਮਿਊਟ ਨਹੀਂ ਹੁੰਦੇ। ਓਕੇ, ਇਹ ਉਹ ਹੈ ਜੋ ਤੁਸੀਂ ਕੁਦਰਤੀ ਤੌਰ ਤੇ ਰੋਟੇਸ਼ਨ ਮੈਟ੍ਰਿਕਸ ਤੋਂ ਵੀ ਇੱਥੇ ਆਉਂਦੇ ਵੇਖਦੇ ਹੋ। ਤੁਸੀਂ ਐਕਸਰਸਾਈਜ਼ ਨੂੰ ਦੁਬਾਰਾ ਕਰੋ ਜਿਸ ਨੂੰ ਮੈਂ ਐਪਸਾਈਲੋਨ ਐਂਗਲ ਨਾਲ ਐਕਸ ਐਕਸਿਸ ਬਾਰੇ ਆਰ ਅਤੇ ਵਾਈ ਦੇ ਬਾਰੇ ਉਸੇ ਐਂਗਲ ਨਾਲ ਆਰ ਲਈ ਕੀਤਾ ਸੀ ਅਤੇ ਐਪਸਾਈਲੋਨ ਸਕੁਏਅਰ ਨੂੰ ਆਰਡਰ ਕਰਨ ਲਈ ਨਿਯਮਾਂ ਨੂੰ ਜਾਰੀ ਰੱਖੋ। ਕਿਰਪਾ ਕਰਕੇ ਇਸ ਨੂੰ ਦੁਬਾਰਾ ਕਰੋ। ਜੇਕਰ ਤੁਸੀਂ ਐਪਸਾਈਲੋਨ ਸਕੁਏਅਰ ਨੂੰ ਆਰਡਰ ਕਰਨ ਲਈ ਟਰਮਜ਼ ਨੂੰ ਕਾਇਮ ਰੱਖਦੇ ਹੋ, ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਕਮਿਊਟੇਟਰ ਮਿਲਦਾ ਹੈ। ਇਹ ਕੁਝ ਵੀ ਨਹੀਂ ਹੈ ਪਰ ਇਹ gx gy ਦਾ ਕਮਿਊਟੇਟਰ ਹੈ, ਪਰ ਤੁਸੀਂ ਜਾਣਦੇ ਹੋ ਕਿ ਇਹ ਰਾਈਟ ਹੈਂਡ ਸਾਈਡ z ਐਕਸਿਸ ਦੇ ਦੁਆਲੇ ਇੱਕ ਐਂਗਲ ਐਪਸਿਲੋਨ ਸਕੁਏਅਰ ਮਾਈਨਸ ਆਈਡੈਂਟਿਟੀ ਸੀ। ਕੋਸ਼ਿਸ਼ ਕਰੋ ਅਤੇ ਲਿਖੋ ਕਿ ਜੇਕਰ ਤੁਸੀਂ ਇੱਕ ਮਾਈਨਸ I ਬਾਈ h ਕ੍ਰਾਸ ਐਪਸਾਈਲੋਨ ਸਕੁਏਅਰ ਐਂਗਲ ਟਾਈਮਸ jz ਮਾਈਨਸ 1 ਕਰਦੇ ਹੋ ਤਾਂ ਉਹ ਰੱਦ ਕਰ ਦਿੰਦੇ ਹਨ, ਅਤੇ ਤੁਸੀਂ ਐਪਸਾਈਲੋਨ ਸਕੁਏਅਰ ਟਰਮਜ਼ ਦੀ ਤੁਲਨਾ ਕਰਦੇ ਹੋ, ਜੋ ਤੁਹਾਨੂੰ ਆਪਣੇ ਆਪ ਮਿਲ ਜਾਂਦਾ ਹੈ ਕਿ gx gy ਦਾ ਕਮਿਊਟੇਟਰ ਨਾਨ-ਜ਼ੀਰੋ ਹੈ, ਅਤੇ ਅਸਲ ਵਿੱਚ ਜੋ ਤੁਸੀਂ ਅਧਿਐਨ ਕਰ ਰਹੇ ਹੋ, ਉਹ ਤੁਹਾਨੂੰ h ਕ੍ਰਾਸ ਟਾਈਮਸ ਦਿੰਦੇ ਹਨ gz। ਓਕੇ, ਉਪਰੋਕਤ ਇਕੁਏਸ਼ਨ ਸਾਨੂੰ ਜਾਣਿਆ ਪਛਾਣਿਆ ਸਬੰਧ ਦਿੰਦਾ ਹੈ। ਹੁਣ ਇਹ ਸਭ ਤੋਂ ਘੱਟ ਐਂਗਲ ਵਾਲਾ ਮੋਮੈਂਟਮ ਤੁਹਾਡੇ ਕੋਲ ਹੋ ਸਕਦਾ ਹੈ ਇੱਕ ਨਾਨ ਟ੍ਰਿਵਲ ਇੱਕ ਸਪਿਨ 0 ਇੱਕ ਟ੍ਰੀਵੀਅਲ ਇੱਕ ਰਾਈਟ ਹੈ। ਇਹ ਇੱਕ ਟ੍ਰੀਵੀਅਲ ਕਿਉਂ ਹੈ? ਇਹ ਇਸ ਤਰ੍ਹਾਂ ਜਾਂਦਾ ਹੈ ਜਿਵੇਂ ਤੁਸੀਂ ਇਸ ਨੂੰ ਸਹੀ ਨਹੀਂ ਦੇਖ ਰਹੇ ਹੋ। ਜੇਕਰ ਤੁਸੀਂ ਇੱਕ ਸਪਿਨ 0 ਲੈਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਇਸ ਨੂੰ ਇੱਕ ਮੈਟ੍ਰਿਕਸ ਦੁਆਰਾ 0 ਐਲੀਮੈਂਟ ਦੇ ਰੂਪ ਵਿੱਚ ਲਿਖ ਸਕਦੇ ਹੋ। ਇਸ ਬਾਰੇ ਕੁਝ ਵੀ ਨਾਨ ਟ੍ਰਿਵਲ ਨਹੀਂ ਹੈ। ਜੇਕਰ ਤੁਸੀਂ ਇੱਕ ਸਪਿਨ 0 ਲਈ ਇੱਕ ਕ੍ਰਾਸ 1 ਮੈਟ੍ਰਿਕਸ ਲਿਖਦੇ ਹੋ, ਤਾਂ ਤੁਸੀਂ ਨੰਬਰ ਨਹੀਂ ਲਿਖ ਸਕਦੇ। ਤੁਸੀਂ ਇਸ ਨੂੰ ਨਾਨ ਕਮਿਊਟਿੰਗ ਨਹੀਂ ਬਣਾ ਸਕਦੇ ਹੋ। ਇਸ ਰਿਲੇਸ਼ਨ ਨੂੰ ਸੰਤੁਸ਼ਟ ਕਰਨ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਜੇ x ਨੂੰ 0, ਜੇ y ਨੂੰ 0 ਅਤੇ ਜੇ z ਨੂੰ 0 ਮੰਨੋ। ਇਹ ਟ੍ਰੀਵੀਅਲ ਨੂੰ ਸੰਤੁਸ਼ਟ ਕਰਦਾ ਹੈ, ਇਸ ਲਈ ਇਸ ਦਾ ਇੱਕ ਟ੍ਰੀਵੀਅਲ ਸਪਿਨ 0 ਟ੍ਰੀਵੀਅਲ ਪ੍ਰਤੀਨਿਧਤਾ ਹੈ। ਅਗਲਾ ਸਪਿਨ ਹਾਫ ਹੈ, ਜੋ ਕਿ ਪਹਿਲੀ ਨਾਨ ਟ੍ਰਿਵਲ ਪ੍ਰਤੀਨਿਧਤਾ ਹੈ। ਓਕੇ, ਇਸ ਲਈ ਹਾਫ ਸਪਿਨ ਲਈ ਤੁਸੀਂ ਯੂਨਿਟਰੀ ਆਪਰੇਟਰ ਬਣਾ ਸਕਦੇ ਹੋ। ਸਪਿਨ ਹਾਫ ਵਿੱਚ ਦੋ ਸਟੇਟਸ ਸੰਭਵ ਹੋਣਗੀਆਂ ਜੇ ਦੇ ਬਰਾਬਰ ਹਾਫ ਕੋਲ ਹੋਣਗੇ। m ਬਰਾਬਰ ਪਲੱਸ ਹਾਫ ਅਤੇ m ਬਰਾਬਰ ਮਾਈਨਸ ਹਾਫ ਵਿੱਚ ਦੋ ਸਟੇਟਸ ਸੰਭਵ ਹਨ। ਤੁਸੀਂ ਜੇ ਦੇ ਬਰਾਬਰ ਹਾਫ m ਬਰਾਬਰ ਹਾਫ 0 ਨੂੰ ਦਰਸਾ ਸਕਦੇ ਹੋ, ਅਤੇ ਜੇ ਬਰਾਬਰ ਹਾਫ ਤੇ m ਬਰਾਬਰ ਮਾਈਨਸ ਹਾਫ 1 ਦੇ ਬਰਾਬਰ। ਤੁਸੀਂ ਜੇ x ਜੇ y ਜੇ z ਨੂੰ 2 ਕ੍ਰਾਸ 2 ਮੈਟ੍ਰਿਸਿਸ ਦੇ ਰੂਪ ਵਿੱਚ ਲਿਖ ਸਕਦੇ ਹੋ। ਅਸੀਂ ਇਹ ਸਟਰਨਗਰਲੈਚਸ ਵਿੱਚ ਕੀਤਾ ਹੈ। ਮੈਂ ਇਸ ਨੂੰ ਇੱਥੇ ਗਰੁੱਪ ਥਿਊਰੀ ਤਸਵੀਰ ਤੋਂ ਪਾ ਰਿਹਾ ਹਾਂ, ਤੇ ਤੁਹਾਡੇ ਕੋਲ ਇਹ 2 ਕ੍ਰਾਸ 2 ਯੂਨਿਟੀ ਮੈਟ੍ਰਿਕਸ ਦੇ ਸੈੱਟ ਹੋ ਸਕਦੇ ਹਨ, ਤੇ ਤੁਸੀਂ ਉਹਨਾਂ ਮੈਟ੍ਰਿਕਸ ਦੀ ਜਾਂਚ ਕਰ ਸਕਦੇ ਹੋ ਜਿਨ੍ਹਾਂ ਨੂੰ ਤੁਸੀਂ ਕੀਤਾ ਸੀ। ਸਿਗਮਾ ਪੌਲੀ ਮੈਟ੍ਰਿਕਸ ਸਾਰੇ ਟਰੇਸਲੈਸ ਮੈਟ੍ਰਿਕਸ ਸੀ। ਅਸੀਂ jz ਨੂੰ h ਕ੍ਰਾਸ ਟਾਈਮਸ ਸਿਗਮਾ z ਦੇ ਹਾਫ ਵਜੋਂ ਲੈ ਸਕਦੇ ਹਾਂ, ਜਿੱਥੇ ਸਿਗਮਾ z ਪੌਲੀ ਮੈਟ੍ਰਿਕਸ ਹੈ ਜੋ 1 0 0 1 ਹੈ। ਤੁਸੀਂ I ਥੀਟਾ z ਜੇ z pi h ਕ੍ਰਾਸ ਦਾ ਐਕਸਪੋਨੈਂਸ਼ੀਅਲ ਲੈਂਦੇ ਹੋ। ਇਹ ਰੋਟੇਸ਼ਨ ਲਈ ਯੂਨਿਟਰੀ ਆਪਰੇਟਰ ਐਂਗਲ ਥੀਟਾ z z ਹੈਟ ਬਾਰੇ ਹੈ। ਜੇਕਰ ਤੁਸੀਂ ਇਸ ਨੂੰ ਲਗਾਉਣਾ ਚਾਹੁੰਦੇ ਹੋ ਤਾਂ ਕੀ ਇਹ u ਦਾ ਨਿਰਣਾਇਕ ਹੋਵੇਗਾ। ਇਹ ਕੀ ਹੈ ਜੇ z ਦੇ h ਕ੍ਰਾਸ ਟਰੇਸ ਦੁਆਰਾ I ਥੀਟਾ z ਦੀ ਪਾਵਰ ਲਈ e ਹੋਵੇਗਾ। ਉਹ ਸਾਰੇ ਟਰੇਸਲੈਸ ਹਨ ਕਿ ਪੌਲੀ ਮੈਟ੍ਰਿਸਿਸ ਸਾਰੇ ਟਰੇਸਲੈਸ ਹਨ। ਹੋਰ ਫੈਕਟਰਜ਼ ਅਸਲ ਵਿੱਚ ਕੋਈ ਭੂਮਿਕਾ ਨਹੀਂ ਨਿਭਾਉਂਦੇ ਹਨ, ਇਸ ਲਈ e ਦੀ ਪਾਵਰ ਜੇ z ਦਾ ਟਰੇਸ 0 ਹੈ, ਜਿਸ ਦਾ ਮਤਲਬ ਹੈ ਕਿ u ਦਾ ਡਿਟਰਮੀਨੈਂਟ ਪਲੱਸ 1 ਹੈ। ਇਸ ਲਈ ਤੁਹਾਡੇ ਮੈਟ੍ਰਿਸਿਸ ਦੇ ਇਸ ਸੰਗ੍ਰਹਿ ਨੂੰ
ਯੂਨਿਟਰੀ ਯੂ ਕਿਹਾ ਜਾਂਦਾ ਹੈ। ਵੈਕਟਰ ਸਪੇਸ ਦਾ ਪਹਿਲਾ ਗੈਰ ਮਾਮੂਲੀ ਡਾਇਮੈਂਸ਼ਨ ਜਿਸ ਵਿੱਚ ਇਹ ਇੱਕ ਭੂਮਿਕਾ ਨਿਭਾਉਂਦਾ ਹੈ ਦੋ ਡਾਇਮੈਂਸ਼ਨ ਹੈ। ਅਸੀਂ ਨੋਟੇਸ਼ਨ ਨੂੰ ਐਸਯੂ ਦੇ ਤੌਰ ਤੇ ਲਿਖਦੇ ਹਾਂ। ਇਹ ਦੋ ਪਹਿਲਾ ਗੈਰ ਮਾਮੂਲੀ ਲਈ ਹਨ ਐਂਗੂਲਰ ਮੋਮੈਂਟਮ ਜਿਸ ਦਾ ਅਸੀਂ ਅਧਿਐਨ ਕਰਦੇ ਹਾਂ। ਸਭ ਤੋਂ ਨੀਵਾਂ ਨਾਨ-ਟ੍ਰਿਵਲ ਜੇ ਸਪਿਨ ਹਾਫ ਅਸੀਂ ਡਿਟਰਮੀਨੈਂਟ 1 ਦੇ ਨਾਲ 2x2 ਯੂਨਿਟੀ ਮੈਟ੍ਰਿਕਸ ਬਣਾ ਸਕਦੇ ਹਾਂ। ਇਸ ਨੂੰ SU2 ਕਹਿੰਦੇ ਹਾਂ। ਅਸਲ ਵਿੱਚ ਇਹ ਇੱਥੇ ਲਿਖਿਆ ਨਹੀਂ ਹੈ ਪਰ ਮੈਂ ਇਸ ਨੂੰ ਇੱਥੇ ਕਿਹਾ ਹੈ। ਯੂਨਿਟਰੀ ਮੈਟ੍ਰਿਕਸ ਦਾ ਸੈੱਟ ਇੱਕ ਗਰੁੱਪ SU2 ਬਣਾਉਂਦਾ ਹੈ ਜੋ ਕੁਆਂਟਮ ਮਕੈਨਿਕਸ ਵਿੱਚ ਰੋਟੇਸ਼ਨਾਂ ਨੂੰ ਦਰਸਾਉਂਦਾ ਹੈ। ਇੱਕ ਅਬਸਟਰੈਕਟ 4 ਡਾਇਮੈਂਸ਼ਨਲ ਸਪੇਸ ਵਿੱਚ ਰੋਟੇਸ਼ਨਾਂ ਨੂੰ ਦੇਖਦੇ ਹਨ। x1 x2 x3 ਤੁਹਾਡੇ XYZ ਹਨ ਅਤੇ ਇਹ ਇੱਕ ਹੋਰ ਕੋਆਰਡੀਨੇਟ ਜੋੜਦਾ ਹੈ। ਤੁਸੀਂ ਅਜੇ ਵੀ 4x4 ਆਰਥੋਗੋਨਲ ਮੈਟ੍ਰਿਕਸ ਬਣਾ ਸਕਦੇ ਹੋ। ਕੋਈ ਵੀ ਤੁਹਾਨੂੰ ਡਿਟਰਮੀਨੈਂਟ +1 ਦੁਆਰਾ ਅਜਿਹਾ ਕਰਨ ਤੋਂ ਨਹੀਂ ਰੋਕਦਾ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ R ਮੈਟ੍ਰਿਕਸ ਦਾ ਉਹ ਕਲੈਕਸ਼ਨ ਜਿਸ ਨੂੰ ਤੁਸੀਂ ਕਹਿ ਸਕਦੇ ਹੋ ਇਸ ਨੂੰ SO4 ਇੱਕ ਸੰਪੂਰਨ ਸੈੱਟ ਹੋਣਾ ਚਾਹੀਦਾ ਹੈ। ਅਤੇ ਜਿਸ ਤਰ੍ਹਾਂ ਅਸੀਂ ਕਿਸੇ ਟਰਾਂਸਫੋਰਮੇਸ਼ਨ ਬਾਰੇ ਗੱਲ ਕਰ ਰਹੇ ਸੀ ਜਾਂ ਕੋਈ ਟਰਾਂਸਫੋਰਮੇਸ਼ਨ ਤਬਦੀਲੀ ਇੱਥੇ ਉਤਪੰਨ ਕੀਤੀ ਜਾਣੀ ਚਾਹੀਦੀ ਹੈ ਉਹ 4 ਨੂੰ ਇੱਕ ਪਲੇਨ ਦੇ ਆਲੇ ਦੁਆਲੇ ਰੋਟੇਸ਼ਨ ਦੁਆਰਾ ਸਿਰਜਿਆ ਜਾ ਸਕਦਾ ਹੈ। ਮੈਂ ਕੀ ਦੱਸ ਰਿਹਾ ਸੀ ਕਿ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਜਾਂਦੀ ਹੈ ਜੇਕਰ ਤੁਸੀਂ ਕਨਫਾਈਡ ਹੋ। ਜੇਕਰ ਤੁਸੀਂ ਨਹੀਂ ਹੋ ਅਤੇ ਤੁਸੀਂ ਸਿਰਫ ਉਸ ਪਲੇਨ ਤੇ ਹੀ ਸੀਮਤ ਹੋ ਜਿਸ ਬਾਰੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਲੇਨ ਦੇ ਕੇਂਦਰ ਰਾਹੀਂ ਕਿਸੇ ਪੁਆਇੰਟ ਦੇ ਬਾਰੇ ਘੁੰਮ ਰਹੇ ਹੋ। ਜਦੋਂ ਤੁਸੀਂ ਇਸ ਨੂੰ 3 ਰੋਟੇਸ਼ਨ ਬਣਾਉਂਦੇ ਹੋ ਤਾਂ ਤੁਸੀਂ ਇੱਕ ਬਾਰੇ ਰੋਟੇਸ਼ਨ ਬਾਰੇ ਗੱਲ ਕਰਦੇ ਹੋ। ਜਦੋਂ ਤੁਸੀਂ 4 ਡਾਇਮੈਂਸ਼ਨ ਤੇ ਜਾਂਦੇ ਹੋ ਤਾਂ ਇਸ ਦਾ ਰੋਟੇਸ਼ਨ ਪਲੇਨ ਬਾਰੇ ਹੁੰਦਾ ਹੈ ਇਸ ਲਈ ਚੱਲਦਾ ਰਹਿੰਦਾ ਹੈ। ਆਮ ਤੌਰ ਤੇ ਜਦੋਂ ਤੁਸੀਂ ਇੱਕ ਰੋਟੇਸ਼ਨ ਕਰਦੇ ਹੋ ਤਾਂ ਸਿਰਫ 2 ਕੋਆਰਡੀਨੇਟ ਮਿਲਾਏ ਜਾਂਦੇ ਹਨ। ਕੋਆਰਡੀਨੇਟਸ XA ਅਤੇ XB ਉਹ ਮਿਲਾਏ ਜਾਂਦੇ ਹਨ ਅਤੇ ਜਨਰੇਟਰ ਨੂੰ ਰਸਮੀ ਤੌਰ ਤੇ ਉਹਨਾਂ ਕੋਆਰਡੀਨੇਟ ਨਾਲ ਲਿਖਿਆ ਜਾ ਸਕਦਾ ਹੈ ਜੋ ਬਾਕੀ ਦੇ ਪਲੇਨ ਬਾਰੇ ਚਿੰਤਾ ਕਰਨ ਦੀ ਬਜਾਏ ਮਿਲਾਏ ਜਾਂਦੇ ਹਨ। ਇਹ ਲਿਖਣ ਦਾ ਇੱਕ ਵਧੀਆ ਢੰਗ ਹੈ। ਹਾਈਡਰੋਜਨ ਐਟਮ ਵਿੱਚ ਇਹ ਉਹ ਹੈ ਜੋ ਮੈਂ ਸੰਪੂਰਨਤਾ ਲਈ ਦੱਸ ਰਿਹਾ ਸੀ। ਮੈਂ ਸੋਚਿਆ ਕਿ ਮੈਨੂੰ ਇੱਥੇ ਰੱਖਣ ਦਿਓ। ਸਾਡੇ ਕੋਲ ਦੋਵੇਂ ਐਂਗੂਲਰ ਮੋਮੈਂਟਮ ਸੁਰੱਖਿਅਤ ਹੈ ਕਿਉਂਕਿ ਇਹ ਕੇਂਦਰੀ ਬਲ ਦੀ ਸਮੱਸਿਆ ਹੈ। ਤੁਸੀਂ ਇਹ ਵੀ ਜਾਣਦੇ ਹੋ ਕਿ ਰੰਜਲੈਂਸ ਵੈਕਟਰ ਸੁਰੱਖਿਅਤ ਹੈ। ਇਸ ਰੰਜਲੈਂਸ ਵੈਕਟਰ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ। ਹੋ ਸਕਦਾ ਹੈ ਕਿ ਤੁਹਾਡੇ ਕੋਲ ਇਹ ਨਾ ਹੋਵੇ। ਤੁਸੀਂ ਇਸ ਨੂੰ ਸਮਝਣ ਲਈ ਸਿਮਿਟਰੀ ਪਰਿਵਰਤਨ ਜਾਣਦੇ ਹੋ। ਇਸ ਲਈ ਕਈ ਵਾਰ ਅਸੀਂ ਇਸ ਨੂੰ ਇੱਕ ਡਾਇਮਾਈਕਲ ਸਿਮਿਟਰੀ ਕਹਿੰਦੇ ਹਾਂ। ਅਸੀਂ ਇਹਨਾਂ ਨੂੰ ਸਮਝਣ ਲਈ ਅਨੁਵਾਦ ਜਾਂ ਰੋਟੇਸ਼ਨਾਂ ਵਰਗੀ ਸਿਮਿਟਰੀ ਨੂੰ ਭੌਤਿਕ ਰੇਖਾਗਣਿਤ ਨਹੀਂ ਕਰ ਸਕਦੇ ਹਾਂ ਪਰ ਇਹ ਅਜੇ ਵੀ ਸੁਰੱਖਿਅਤ ਹੈ। ਕਿਸੇ ਕਿਸਮ ਦੀ ਐਬਸਟਰੈਕਟ ਸਿਮਿਟਰੀ ਜਿਸ ਨੂੰ ਡਾਇਮਾਈਕਲ ਕਿਹਾ ਜਾਂਦਾ ਹੈ ਅਤੇ ਤੁਸੀਂ ਆਪਣੇ ਰੰਜਲੈਂਸ ਵੈਕਟਰਾਂ ਨੂੰ ਸੰਖੇਪ ਰੂਪ ਵਿੱਚ ਲਿਖ ਸਕਦੇ ਹੋ ਜਿਵੇਂ ਕਿ ਤੁਸੀਂ ਇੱਕ ਕਾਲਪਨਿਕ ਕੋਆਰਡੀਨੇਟ ਨੂੰ ਦੇਖ ਰਹੇ ਹੋ ਜੋ ਚੌਥਾ ਕੋਆਰਡੀਨੇਟ ਅਤੇ ਚੌਥਾ ਮੋਮੈਂਟਮ ਹੈ ਅਤੇ ਆਪਣੀ ਐਂਗੂਲਰ ਮੋਮੈਂਟਮ ਨੂੰ ਦੁਬਾਰਾ ਲਿਖੋ। L ਲਈ ਇੱਥੇ I ਹੈ A ਅਤੇ B 1 2 3 4 ਨੂੰ ਦਰਸਾਉਂਦਾ ਹੈ ਅਤੇ IJK ਸਿਰਫ 1 2 3 ਨੂੰ ਦਰਸਾਉਂਦਾ ਹੈ। ਮੈਂ ਇੱਥੇ ਪਾ ਦਿੱਤਾ ਹੈ ਜਿੱਥੇ A 1 4 ਹੈ ਅਤੇ A I ਹੈ। ਦੁਬਾਰਾ ਇੱਥੇ 3 ਕੰਪੋਨੈਂਟ ਹਨ ਅਤੇ ਇੱਥੇ 3 ਕੰਪੋਨੈਂਟ ਹਨ ਇਸ ਲਈ 4 ਗਰੁੱਪ ਲਈ 6 ਜਨਰੇਟਰ ਹੋਣਗੇ। ਇਹ ਐਂਟੀਸਿਮਿਟਰੀ ਹੈ ਅਤੇ ਇੱਥੇ ਕਿੰਨੀਆਂ ਇੰਡੀਪੈਂਡੈਂਟ ਸੰਭਾਵਨਾਵਾਂ ਹਨ 6 ਹਨ। ਇਸ ਲਈ 6 ਜਨਰੇਟਰਾਂ ਦੀ ਵਰਤੋਂ ਕਰਕੇ ਤੁਸੀਂ ਹਾਈਡਰੋਜਨ ਐਟਮ ਸਮੱਸਿਆ ਦਾ ਅਧਿਐਨ ਕਰਨਾ ਸ਼ੁਰੂ ਕਰ ਸਕਦੇ ਹਨ। ਜਿਵੇਂ ਕਿ ਇਹ ਇੱਕ ਕਾਲਪਨਿਕ ਚੌਥੇ ਕੋਆਰਡੀਨੇਟ ਦੇ ਰੂਪ ਵਿੱਚ ਇਸ ਦਾ ਕੋਈ ਅਰਥ ਨਹੀਂ ਹੈ ਪਰ ਤੁਸੀਂ ਗਣਿਤਕ ਸਮੱਸਿਆ ਦੇ ਰੂਪ ਵਿੱਚ ਹੱਲ ਕਰ ਸਕਦੇ ਹੋ। ਤੁਸੀਂ ਸਪੈਕਟਰਮ ਨੂੰ ਐਨਰਜੀ ਸਪੈਕਟਰਮ ਦੇ ਅਨੁਪਾਤਕ ਤੌਰ ਤੇ -1/I² ਦੇ ਅਨੁਪਾਤਕ ਪ੍ਰਾਪਤ ਕਰ ਸਕਦੇ ਹੋ। ਮੈਂ ਇਹ ਨਹੀਂ ਕਰ ਰਿਹਾ ਹਾਂ। ਜੇਕਰ ਕੋਈ ਦਿਲਚਸਪੀ ਰੱਖਦਾ ਹੈ ਤਾਂ ਕਿਰਪਾ ਕਰਕੇ ਕੁਆਂਟਮ ਮਕੈਨਿਕਸ ਵਿੱਚ ਸ਼ਿਫਟ ਸਿਮਿਟਰੀ ਨੂੰ ਦੇਖੋ ਜਿੱਥੇ ਉਹ ਇਸ ਡਾਇਨਾਮਾਈਕਲ ਸਿਮਿਟਰੀ ਬਾਰੇ ਗੱਲ ਕਰਦਾ ਹੈ ਅਤੇ ਸਪੈਕਟਰਮ ਨੂੰ ਬਹੁਤ ਵਧੀਆ ਢੰਗ ਨਾਲ ਠੀਕ ਕਰੋ। ਕੁਆਂਟਮ ਮਕੈਨਿਕਸ ਇਹ ਫਰਕ ਨਹੀਂ ਕਰਦਾ ਕਿ ਤੁਸੀਂ ਸਿਰਫ ਔਰਬਿਟਲ ਐਂਗੂਲਰ ਮੋਮੈਂਟਮ ਕਰਦੇ ਹੋ ਜਾਂ ਤੁਹਾਡੇ ਦੁਆਰਾ ਕੀਤੇ ਸਪਿਨ ਐਂਗੂਲਰ SUV ਉਸ ਔਰਬਿਟਲ ਐਂਗੂਲਰ ਮੋਮੈਂਟਮ ਲਈ ਹੋ ਸਕਦੇ ਹਨ ਪਰ ਇਹ ਉਸੇ ਦੀ ਇੱਕ ਉੱਚ ਡਾਇਮੈਂਸ਼ਨਲ ਰਿਪਰੈਜ਼ੈਂਟੇਸ਼ਨ ਹੈ। ਕਿਉਂਕਿ ਤੁਸੀਂ 3x3 ਮੈਟ੍ਰਿਕਸ ਲਿਖਦੇ ਹੋ ਤੁਸੀਂ ਅਜੇ ਵੀ ਯੂਨਿਟਰੀ ਆਪਰੇਟਰਾਂ ਨੂੰ ਲਿਖ ਸਕਦੇ ਹੋ। ਓਕੇ, ਇਸ ਲਈ ਹੁਣ ਜਦੋਂ ਤੁਸੀਂ ਇਹ ਸਮਝ ਲਿਆ ਹੈ ਤਾਂ ਮੈਨੂੰ ਥੋੜਾ ਜਿਹਾ ਸਮਝਾਉਣ ਦਿਓ ਕਿ ਤੁਸੀਂ ਕੀ ਕਰ ਸਕਦੇ ਹੋ। ਤੁਸੀਂ ਆਪਣੇ LZ ਨੂੰ 1 ਦੇ ਰੂਪ ਵਿੱਚ ਲਿਖ ਸਕਦੇ ਹੋ। ਤੁਸੀਂ ਰੋਟੇਸ਼ਨ ਥੀਟਾ Z ਬਾਰੇ Z ਹੈਟ ਲਈ ਇੱਕ ਸਪਿਨ ਲਈ ਇੱਕ ਯੂਨਿਟੀ ਆਪਰੇਟਰ ਲਿਖ ਸਕਦੇ ਹੋ ਜਾਂ L 1 ਦੇ ਬਰਾਬਰ ਹੈ।
ਦੋਵੇਂ ਇੱਕੋ ਸਪਿਨ ਹਨ। ਮੇਰਾ ਮਤਲਬ ਹੈ, ਜੇ ਇੱਕ ਦੇ ਬਰਾਬਰ ਹੈ। ਇੱਥੇ ਮੇਰਾ ਮਤਲਬ ਹੈ ਕਿ L ਇੱਕ ਦੇ ਬਰਾਬਰ ਹੈ। ਜਦੋਂ ਮੈਂ I ਥੀਟਾ ZL ਓਵਰ H ਕ੍ਰਾਸ ਦਾ ਐਕਸਪੋਨੈਂਸ਼ੀਅਲ ਲਿਖਦਾ ਹਾਂ, ਮੈਂ ਅਸਲ ਵਿੱਚ ਸੈਪਰੇਟ ਨਹੀਂ ਕਰ ਰਿਹਾ ਹਾਂ ਕਿ S ਕੀ ਹੈ ਅਤੇ L ਕੀ ਹੈ, ਜੇ ਖਾਤਰ ਇੱਕ ਹੋ ਸਕਦਾ ਹੈ ਕਿ S ਅਤੇ L ਜੇ ਵਿੱਚ ਕਿਵੇਂ ਜਾਂਦਾ ਹੈ। ਮੈਂ ਚਿੰਤਾ ਨਹੀਂ ਹਾਂ ਕਿ ਮੈਨੂੰ ਚਿੰਤਾ ਹੈ ਕਿ ਕੀ ਮੈਂ ਇੱਕ ਮੈਟ੍ਰਿਕਸ ਦੇ ਸਕਦਾ ਹਾਂ। ਤੁਹਾਨੂੰ LX ਅਤੇ LY ਲਿਖਣਾ ਪਵੇਗਾ ਅਤੇ ਮੈਨੂੰ ਲੱਗਦਾ ਹੈ ਕਿ ਇਹ ਤੁਹਾਡੀ ਟਿਊਟੋਰੀਅਲ ਸ਼ੀਟ ਜਾਂ ਅਸਾਈਨਮੈਂਟ ਵਿੱਚ ਹੈ। ਤੁਸੀਂ JX JY ਅਤੇ JZ ਲਈ ਵੀ ਇੱਕ ਸਮਾਨ ਚੀਜ਼ ਲਿਖ ਸਕਦੇ ਹੋ। ਤੁਹਾਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ S ਅਤੇ L ਦੇ ਕੰਪੋਨੈਂਟ ਕੀ ਹਨ। ਅਸੀਂ ਕਿਸੇ ਪੁਆਇੰਟ ਤੇ ਆਵਾਂਗੇ। ਅਸੀਂ ਹੁਣੇ ਕਲੇਬਸ਼ ਗੋਰਡਨ ਕਰਾਂਗੇ ਜਦੋਂ ਮੈਂ ਕਹਾਂਗਾ ਕਿ ਮੈਂ ਤੁਹਾਨੂੰ ਭੌਤਿਕ ਰੋਟੇਸ਼ਨਾਂ ਦਿੰਦਾ ਹਾਂ। ਜੇਕਰ ਮੈਂ ਤੁਹਾਨੂੰ ਆਰਬਿਟਲ ਐਂਗੂਲਰ ਮੋਮੈਂਟਮ ਦਿੰਦਾ ਹਾਂ, ਤੁਸੀਂ ਅਜੇ ਵੀ ਇਸ ਦੇ ਲਈ ਯੂਨਿਟਰੀ ਆਪਰੇਟਰ ਬਣਾ ਸਕਦੇ ਹੋ। ਪਰ ਜੇਕਰ ਮੈਂ ਇਹ ਨਹੀਂ ਕਹਿੰਦਾ ਕਿ ਇਹ ਆਰਬਿਟਲ ਐਂਗੂਲਰ ਮੋਮੈਂਟਮ ਹੈ, ਪਰ ਇਹ ਉਸ ਸਪਿਨ J ਦੁਆਰਾ ਸਪਿਨ J ਹੈ, ਤਾਂ ਇਸ ਦਾ ਇੱਕ ਟੁਕੜਾ ਹੋ ਸਕਦਾ ਹੈ ਜੋ ਆਰਬਿਟਲ ਐਂਗੂਲਰ ਮੋਮੈਂਟਮ ਹੈ। ਸਾਡੇ ਕੋਲ ਇੱਕ ਟੁਕੜਾ ਹੋ ਸਕਦਾ ਹੈ ਜੋ ਕਿ ਐਂਗੂਲਰ ਮੋਮੈਂਟਮ ਨੂੰ ਇਕੱਠੇ ਸਪਿਨ ਕਰਦਾ ਹੈ। ਇਹ ਇੱਕ ਦੇ ਬਰਾਬਰ ਇੱਕ J ਹੋ ਸਕਦਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸਪਿਨ J ਇੱਕ ਦੇ ਬਰਾਬਰ ਹੈ। ਇੱਥੇ SU ਦੋ ਨਹੀਂ ਹਨ। ਜਦੋਂ ਤੁਸੀਂ ਸਪਿਨ ਇੱਕ ਲਈ ਕ੍ਰਾਸ 3 ਮੈਟ੍ਰਿਕਸ ਲਿਖਦੇ ਹੋ, ਅਸੀਂ ਅਜੇ ਵੀ ਇੱਕ SU ਦੋ ਕਿਉਂ ਕਹਿੰਦੇ ਹਾਂ। ਮੈਂ ਬਹੁਤ ਸਾਵਧਾਨ ਸੀ ਜਦੋਂ ਮੈਂ ਕਿਹਾ ਕਿ ਸਭ ਤੋਂ ਘੱਟ ਨਾਨ ਟ੍ਰੀਵੀਅਲ ਮਾਪ ਨੂੰ ਦੇਖੋ, ਪਰ ਤੁਸੀਂ ਇਸ ਸਪਿਨ J ਨੂੰ ਇੱਕ ਦੇ ਬਰਾਬਰ ਕਰ ਸਕਦੇ ਹੋ। ਤੁਸੀਂ ਇੱਥੇ ਲਿਖ ਸਕਦੇ ਹੋ 3 ਕ੍ਰਾਸ 3 ਮੈਟ੍ਰਿਕਸ ਨੂੰ ਪੌਲੀ ਮੈਟ੍ਰਿਕਸ ਦੀ ਲੋੜ ਨਹੀਂ ਹੈ। J ਬਰਾਬਰ ਇੱਕ 3 ਸਟੇਟਸ ਹੋਣਗੀਆਂ। ਇਹ ਇੱਕ ਦੇ ਬਰਾਬਰ ਇੱਕ J ਹੋ ਸਕਦਾ ਹੈ। ਪਰ ਇੱਥੇ ਕੁਝ ਹੋਰ ਵੀ ਹੈ ਜੋ ਤੁਸੀਂ ਸਿਰਫ ਉਸ ਸਪੈਸ਼ ਵਿੱਚ ਰੋਟੇਸ਼ਨਾਂ ਨੂੰ ਵੇਖ ਰਹੇ ਹੋ। ਉੱਥੇ ਸਿਰਫ 3 ਸੰਭਵ ਪੈਰਾਮੀਟਰ ਹਨ। ਸਿਰਫ 3 ਸੰਭਵ ਪੈਰਾਮੀਟਰ ਹਨ। ਅਤੇ ਤੁਹਾਡੇ ਕੋਲ ਸਿਰਫ 3 ਸੰਭਵ ਜਨਰੇਟਰ ਹਨ। ਕਿਉਂਕਿ ਤੁਸੀਂ ਪੈਰਾਮੀਟਰਾਂ ਨਾਲ ਐਕਸਪੋਨੇਟੇਟ ਕਰਦੇ ਹੋ, ਅਤੇ J ਜੋ ਕਿ 3 ਕ੍ਰਾਸ 3 ਜਾਂ 2 ਕ੍ਰਾਸ 2 ਜਾਂ 1 N ਕ੍ਰਾਸ N ਹੋ ਸਕਦਾ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ SUN ਤੇ ਜਾਂਦੇ ਹੋ। ਅਸੀਂ SO3 ਤੋਂ SO4 ਤੱਕ ਦੇਖਿਆ ਹੈ। ਤੁਸੀਂ ਕੀ ਦੇਖਿਆ ਹੈ? SO3 ਕੋਲ ਸਿਰਫ 3 ਜਨਰੇਟਰ ਅਤੇ 3 ਕੋਣ ਸਨ। SO4 ਵਿੱਚ ਮਿਨੀਮਲ ਨਾਨ ਟ੍ਰੀਵੀਅਲ ਮੈਟ੍ਰਿਕਸ ਹਨ, ਜੋ ਤੁਸੀਂ 6 ਜਨਰੇਟਰਾਂ ਦੇ ਨਾਲ 4 ਕ੍ਰਾਸ 4 ਲਿਖ ਸਕਦੇ ਹੋ। ਸਿਰਫ ਇਸ ਲਈ ਕਿਉਂਕਿ ਤੁਸੀਂ JX JY JZ ਨੂੰ 2 ਕ੍ਰਾਸ 2 ਜਾਂ 3 ਕ੍ਰਾਸ 3 ਜਾਂ 4 ਕ੍ਰਾਸ 4 ਮੈਟ੍ਰਿਕਸ ਦੇ ਰੂਪ ਵਿੱਚ ਲਿਖਦੇ ਹੋ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ SUN ਤੇ ਜਾਂਦੇ ਹੋ। ਇਹ ਸਹੀ ਨਹੀਂ ਹੈ ਕਿਉਂਕਿ ਇੱਥੇ ਸਿਰਫ 3 ਪੈਰਾਮੀਟਰ ਅਤੇ 3 ਜਨਰੇਟਰ ਹਨ ਜਿਸ ਨੂੰ ਤੁਸੀਂ ਅਜੇ ਵੀ ਇੱਕ ਐਬਸਟਰੈਕਟ ਸਪੈਸ਼ ਵਿੱਚ ਰੋਟੇਸ਼ਨ ਕਰ ਰਹੇ ਹੋ। ਅਤੇ ਐਬਸਟਰੈਕਟ ਸਪੈਸ਼ ਦੀ ਮੈਟ੍ਰਿਕਸ ਪ੍ਰਤੀਨਿਧੀ ਜੋ SU2 ਐਂਗੂਲਰ ਮੋਮੈਂਟਮ ਅਲਜਬਰੇ ਨੂੰ ਸਹੀ ਢੰਗ ਨਾਲ ਸੰਤੁਸ਼ਟ ਕਰਦੀ ਹੈ ਕਿ ਤੁਸੀਂ ਇਸ ਤੋਂ ਬਾਹਰ ਨਹੀਂ ਜਾ ਰਹੇ ਹੋ। SO4 ਅਲਜਬਰੇ ਅਤੇ SO ਵੀ ਤੁਹਾਡੇ SO3 ਅਲਜਬਰਾ ਦੇ ਸਮਾਨ ਹੈ। SO3 ਅਲਜਬਰੇ ਵਿੱਚ LX LY ਬਰਾਬਰ IH ਕ੍ਰਾਸ LZ ਹੈ। ਪਰ SO4 ਅਲਜਬਰਾ ਵੱਖਰਾ ਹੈ। ਮੈਂ ਹਮੇਸ਼ਾ 3 ਡਾਇਮੈਂਸ਼ਨ ਵਿੱਚ ਰੋਟੇਸ਼ਨਾਂ ਦੇ ਸੈੱਟ ਨੂੰ 4 ਡਾਇਮੈਂਸ਼ਨ ਵਿੱਚ ਰੋਟੇਸ਼ਨਾਂ ਦੇ ਗਰੁੱਪ ਦੇ ਸੈੱਟ ਦੇ ਸਬ ਸੈੱਟ ਰੂਪ ਵਿੱਚ ਲਿਖ ਸਕਦਾ ਹਾਂ, ਜਿਸ ਵਿੱਚ ਸਿਰਫ ਇਹ 3 ਸ਼ਾਮਲ ਹੋਣਗੇ। ਪਰ ਉਹ 4 ਕ੍ਰਾਸ 4 ਮੈਟ੍ਰਿਕਸ ਵਾਂਗ ਦਿਖਾਈ ਦੇਣਗੇ, ਜਿਵੇਂ ਕਿ 4 ਕ੍ਰਾਸ 4 ਮੈਟ੍ਰਿਕਸ ਦਾ ਮਤਲਬ ਇਹ ਨਹੀਂ ਹੈ ਕਿ ਇਹ 4 ਹੈ। ਇਹ ਇੱਕ ਸੰਭਵ ਜਨਰੇਟਰਾਂ ਦਾ ਪੂਰਾ ਸੈੱਟ ਹੋਣਾ ਚਾਹੀਦਾ ਹੈ। ਇੱਕ ਸਪਿਨ ਲਈ ਇੱਕ 3 ਕ੍ਰਾਸ 3 ਮੈਟ੍ਰਿਕਸ ਲਿਖਣਾ। ਤੁਸੀਂ ਇਹ ਨਿਰਣਾ ਨਹੀਂ ਕਰ ਸਕਦੇ ਹੋ ਕਿ ਇਹ SU3 ਹੈ। ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਕਿੰਨੇ ਪੈਰਾਮੀਟਰ ਸ਼ਾਮਲ ਹਨ, ਕਿੰਨੇ ਜਨਰੇਟਰ ਸ਼ਾਮਲ ਹਨ। ਜੇਕਰ ਮੈਂ ਲਿਖਦਾ ਹਾਂ ਕਿ I2 ਦੱਦਾ ਥੀਟਾ ਡਾਟ J, ਜੇ ਸਪਿਨ ਇੱਕ ਲਈ 3/3 ਹੋ ਸਕਦਾ ਹੈ, ਤਾਂ ਮੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ SU2 ਹੈ। ਤੁਹਾਨੂੰ ਸਿਰਫ ਪਹਿਲੇ ਨਾਨ ਟ੍ਰਿਵੀਅਲ ਸਭ ਤੋਂ ਘੱਟ ਡਾਇਮੈਂਸ਼ਨ ਨੂੰ ਦੇਖਣਾ ਹੋਵੇਗਾ ਅਤੇ ਇਸ ਨੂੰ ਠੀਕ ਕਰਨਾ ਹੋਵੇਗਾ। ਇਹ ਤੁਹਾਡੇ ਲਈ ਇੱਕ ਐਕਸਰਸਾਈਜ਼ ਵੀ ਹੈ। ਮੈਂ ਤੁਹਾਨੂੰ ਰੋਟੇਸ਼ਨਾਂ ਬਾਰੇ ਵੀ ਨਹੀਂ ਦੱਸਾਂਗੀ। ਮੈਂ ਤੁਹਾਨੂੰ ਸਿਰਫ ਇਸ ਕੰਡੀਸ਼ਨ ਦੀ ਵਰਤੋਂ ਕਰਨ ਲਈ ਕਹਾਂਗੀ, R ਟਰਾਂਸਪੋਜ਼ ਆਇਡੈਂਟਿਟੀ ਦੇ ਬਰਾਬਰ ਹੈ। ਡਿਟਰਮੀਨੈਂਟ R ਇੱਕ ਦੇ ਬਰਾਬਰ ਹੈ। ਸੰਭਵ ਇੰਡੀਪੈਂਡੈਂਟ ਬੇਸਿਸ ਦੀ ਸੰਖਿਆ ਲੱਭਣ ਦੀ ਕੋਸ਼ਿਸ਼ ਕਰੋ। ਇਹ SO3
ਦੇ ਮਾਮਲੇ ਵਿੱਚ SU2 ਦੇ ਮਾਮਲੇ ਵਿੱਚ ਅਤੇ SU4 ਦੇ ਮਾਮਲੇ ਵਿੱਚ ਅਸਲ ਵਿੱਚ ਜਾਂਚ ਕਰ ਸਕਦੇ ਹਨ ਅਤੇ ਦਿਖਾ ਸਕਦੇ ਹਨ ਕਿ ਸੁਤੰਤਰ ਆਧਾਰ ਦੀ ਸੰਖਿਆ ਜਾਂ ਜਨਰੇਟਰ SU2 ਲਈ 3, SU3 ਲਈ 3 ਅਤੇ SU4 ਲਈ 6 ਹੋਣਗੇ। ਯਕੀਨੀ ਬਣਾਓ ਕਿ ਤੁਸੀਂ ਅਜਿਹਾ ਕੀਤਾ ਹੋਵੇਗਾ। ਜਦੋਂ ਤੁਸੀਂ ਸਿਮੈਟ੍ਰਿਕ ਮੈਟ੍ਰਿਕਸ ਐਂਟਰੀਆਂ ਲਿਖਦੇ ਹੋ ਤਾਂ ਔਰਥੋਗੋਨਲ ਮੈਟ੍ਰਿਕਸ ਐਂਟਰੀਆਂ ਦੀ ਗਿਣਤੀ ਤੁਸੀਂ ਜਾਣਦੇ ਹੋ ਕਿ ਡਾਇਮੈਂਸ਼ਨ ਵਿੱਚ ਕਿੰਨੀਆਂ ਨਾਨ-ਜ਼ੀਰੋ ਐਂਟਰੀਆਂ ਹਨ। ਸਹੀ ਐਂਟੀ-ਸਿਮੈਟ੍ਰਿਕ ਮੈਟ੍ਰਿਕਸ ਵਿੱਚ ਸਿਰਫ ਉੱਪਰਲਾ ਡਾਇਗੋਨਲ ਹੁੰਦਾ ਹੈ ਅਤੇ ਹੇਠਲੇ ਡਾਇਗੋਨਲ ਉੱਪਰਲੇ ਡਾਇਗੋਨਲ ਦਾ ਨੈਗੇਟਿਵ ਹੁੰਦਾ ਹੈ, ਇਸ ਲਈ ਇੱਥੇ ਸਿਰਫ 3 ਐਂਟਰੀਆਂ ਹਨ। ਇਸੇ ਤਰ੍ਹਾਂ ਯੂਨਿਟਰੀ ਮੈਟ੍ਰਿਕਸ ਲਈ ਜਿੱਥੇ ਇਹ ਹਰਮੀਟੀਅਨ ਦਾ ਘਾਤਕ ਹੈ। ਜੇਕਰ ਤੁਸੀਂ 2x2 ਮੈਟ੍ਰਿਕਸ ਤੇ ਹਰਮੀਟੀਸਿਟੀ ਕੰਡੀਸ਼ਨ ਰੱਖਦੇ ਹੋ ਤਾਂ ਤੁਸੀਂ ਬਰਾਬਰ ਹੋਣ ਲਈ ਡਿਟਰਮੀਨੈਂਟ ਕਿੰਨੀਆਂ ਇੰਡੀਪੈਂਡੈਂਟ ਐਂਟਰੀਆਂ ਰੱਖਦੇ ਹੋ, ਕਿੰਨੇ ਘਟਾਏ ਜਾਣਗੇ। ਕਿਰਪਾ ਕਰਕੇ ਇੰਡੀਪੈਂਡੈਂਟ ਤੌਰ ਤੇ ਇਸ ਦੀ ਜਾਂਚ ਕਰੋ, ਠੀਕ ਹੈ, ਜੋ ਤੁਹਾਡੇ ਲਈ ਸਿਰਫ SU2 ਲਈ ਉੱਚ ਡਾਇਮੈਂਸ਼ਨਲ ਪ੍ਰਤੀਨਿਧੀ ਲਿਖ ਕੇ ਸਪਸ਼ਟ ਕਰੇਗਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਸ ਨੂੰ SU3 ਜਾਂ SU4 ਕਹਿ ਸਕਦੇ ਹੋ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕਿੰਨੇ ਮਾਪਦੰਡ ਅਤੇ ਕਿੰਨੇ ਜਨਰੇਟਰ ਠੀਕ ਹਨ। SU2 ਲਈ ਤੁਸੀਂ ਇੱਕ ਵੈਕਟਰ ਨੂੰ r ਸਿਗਮਾ ਦੇ ਰੂਪ ਵਿੱਚ ਦਰਸਾ ਸਕਦੇ ਹੋ। ਓਕੇ, ਇਹ ਇਸ ਨੂੰ ਲਿਖਣ ਦਾ ਇੱਕ ਤਰੀਕਾ ਹੈ। r ਸਿਗਮਾ ਕੀ ਹੈ? ਇਹ z ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਹ x ਪਲਸ iy ਜਾਂ x ਮਾਈਨਸ iy ਅਤੇ x ਪਲਸ iy ਕੁਝ ਇਸ ਤਰ੍ਹਾਂ ਹੈ। ਤੁਹਾਡੇ ਲਈ ਰੋਟੇਸ਼ਨ ਕੀ ਹੈ? ਇੱਕ ਵੈਕਟਰ r ਚਲਾ ਜਾਂਦਾ ਹੈ r ਪ੍ਰਾਈਮ, ਜੋ ਕਿ r ਵਾਰ ਹੈ। r ਇੱਥੇ ਇਹ 2 ਕੀ ਹੈ? SU2 ਇਹ ਹੈ ਕਿ ਜੇਕਰ ਤੁਸੀਂ ਥੀਟਾ ਦਾ u ਲੈਂਦੇ ਹੋ ਤਾਂ ਇਹ ਥੀਟਾ ਦਾ r ਸਿਗਮਾ u ਦਾ ਥੀਟਾ u ਡੈਗਰ ਹੈ, ਜੋ ਤੁਹਾਨੂੰ r ਪ੍ਰਾਈਮ c ਦੇਵੇਗਾ। ਇਸ ਲਈ SO3 ਵਿੱਚ ਇਸ ਇਕੁਏਜ਼ਨ ਦਾ ਐਨਾਲਾਗ ਭੌਤਿਕ ਸਪੇਸ ਵਿੱਚ ਵੀ ਇਹ ਹੋਵੇਗਾ। ਕੁਝ ਹੁਣ ਤੁਸੀਂ ਨੋਟ ਕਰ ਸਕਦੇ ਹੋ ਕਿ ਜੇਕਰ ਤੁਸੀਂ ਇੱਥੇ 2 ਸਾਈਨ ਲੈਂਦੇ ਹੋ ਤਾਂ ਤੁਸੀਂ ਇੱਕ ਆਈਡੈਂਟਿਟੀ ਦੇ ਨਾਲ u ਨੂੰ ਲੈ ਸਕਦੇ ਹੋ, ਥੀਟਾ ਦਾ u ਅਤੇ ਥੀਟਾ ਦਾ u ਦਾ ਮਾਈਨਸ ਤੁਹਾਨੂੰ ਦੋਵੇਂ ਸਮਾਨ ਸਹੀ ਇਕੁਏਜ਼ਨ ਦੇਵੇਗਾ। ਕਿਉਂਕਿ ਇੱਥੇ 2 u ਹਨ, u ਡੈਗਰ ਹਨ। ਇਸ ਲਈ ਇੱਥੇ ਆਈਡੈਂਟਿਟੀ ਮੈਟ੍ਰਿਕਸ ਨੂੰ ਆਈਡੈਂਟਿਟੀ ਜਾਂ ਮਾਈਨਸ ਆਈਡੈਂਟਿਟੀ ਦੁਆਰਾ ਦਰਸਾਇਆ ਜਾ ਸਕਦਾ ਹੈ। ਇਹ ਇੱਕ ਹੋਮੋ ਹੈ। ਇਹ ਇੱਕ 2-2-1 ਹੈ ਮੈਟ੍ਰਿਕਸ, ਠੀਕ ਹੈ। ਇਹ ਤੁਹਾਨੂੰ ਦੱਸਦਾ ਹੈ ਕਿ ਇਹ 1 ਤੋਂ 1 ਨਹੀਂ ਹੈ। ਇਸ ਲਈ ਜੇਕਰ ਤੁਸੀਂ r1 r2 r3 ਦਾ ਇੱਕ ਸੈੱਟ ਲਿਖਦੇ ਹੋ ਤਾਂ ਤੁਹਾਡੇ ਕੋਲ ਇੱਕ u1 ਹੋ ਸਕਦਾ ਹੈ ਮਾਈਨਸ u1 ਦੋਵੇਂ ਇਸ ਨਾਲ ਮੇਲ ਖਾਂਦੇ ਹਨ। ਓਕੇ, ਇਹ ਸੂਖਮਤਾ ਹੈ। ਅਲਜੇਬਰਾ ਇੱਕੋ ਜਿਹਾ ਹੈ, ਪਰ ਜੇਕਰ ਤੁਸੀਂ ਭੌਤਿਕ ਰੋਟੇਸ਼ਨ ਨੂੰ ਦੇਖ ਰਹੇ ਹੋ ਜਿਸ ਵਿੱਚ ਇੰਟੀਗਰਲ ਐਂਗੂਲਰ ਮੋਮੈਂਟਮ ਸ਼ਾਮਲ ਹੁੰਦਾ ਹੈ ਤਾਂ ਉਹਨਾਂ ਮੈਟ੍ਰਿਕਸ ਨੂੰ SU3 ਤੱਕ ਆਈਸੋਮੋਰਫਿਕ ਬਣਾਇਆ ਜਾ ਸਕਦਾ ਹੈ। ਪਰ ਜੇਕਰ ਤੁਸੀਂ ਹਾਫ ਓਡ ਇੰਟੀਗਰਲ ਨੂੰ ਦੇਖ ਰਹੇ ਹੋ ਤਾਂ ਤੁਹਾਡੇ ਕੋਲ ਇਸ ਨੂੰ ਦੇਖਣ ਦਾ ਇਹ ਤਰੀਕਾ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ 2 ਤੋਂ 1 ਮੈਟ੍ਰਿਕਸ ਹਨ। ਕੀ ਅਸੀਂ ਕਹਿੰਦੇ ਹਾਂ ਕਿ SU2 ਦਾ ਸਮਰੂਪ ਹੈ? ਭਾਵੇਂ ਕਿ ਅਲਜਬਰੇ ਵਿੱਚ ਅਜੇ ਵੀ 3 ਪੈਰਾਮੀਟਰ ਅਤੇ 3 ਜਨਰੇਟਰ ਹਨ। ਕਿਉਂਕਿ ਇਹ 3 ਪੈਰਾਮੀਟਰ ਅਤੇ 3 ਪੀੜ੍ਹੀਆਂ ਹਨ, ਤੁਹਾਨੂੰ ਕਨਕਲੂਜ਼ਨ ਤੇ ਨਹੀਂ ਆਉਣਾ ਚਾਹੀਦਾ ਹੈ ਕਿ ਤੁਸੀਂ SU2 ਦਾ ਅਧਿਐਨ ਕਰ ਰਹੇ ਹੋ। ਜੇਕਰ ਤੁਸੀਂ ਇੰਟੀਗਰਲ ਅਤੇ ਹਾਫ ਓਡ ਇੰਟੀਗਰਲ ਦੋਨਾਂ ਦੀ ਸਪੇਸ ਨੂੰ ਦੇਖਣਾ ਚਾਹੁੰਦੇ ਹੋ ਤਾਂ ਇਹ ਜ਼ਰੂਰੀ ਹੈ, ਪਰ ਤੁਸੀਂ SO3 ਦੇ ਨਾਲ ਰਹਿ ਸਕਦੇ ਹੋ। ਜੇਕਰ ਤੁਸੀਂ ਸਿਰਫ ਇੱਕ ਇੰਟੀਗਰਲ ਸਪੇਸ ਨੂੰ ਦੇਖਦੇ ਹੋ ਜੋ ਸਿਰਫ ਆਰਬਿਟਲ ਐਂਗੂਲਰ ਮੋਮੈਂਟਮ ਨਾਲ ਤੁਹਾਡੇ ਹਾਈਡਰੋਜਨ ਐਟਮ ਵਿੱਚ ਹੁੰਦਾ ਹੈ, ਇੱਥੇ ਕੋਈ ਹਾਫ ਓਡ ਇੰਟੀਗਰਲ ਨਹੀਂ ਆ ਰਿਹਾ ਹੈ। ਸਟ੍ਰੰਜਰਲੈਚ ਐਕਸਪੈਰੀਮੈਂਟ ਉਹ ਹੈ
ਜਿਸਨੇ ਸਾਨੂੰ ਸਪਿਨ ਹਾਫ ਨੂੰ ਦੇਖਣ ਲਈ ਮਜਬੂਰ ਕੀਤਾ ਕਿਉਂ ਸਿਰਫ ਹਾਫ ਸਪਿਨ। ਅਲਜਬਰੇ ਜੋ ਅਸੀਂ ਸ਼ਵਿੰਗਰ ਓਸੀਲੇਟਰ ਵਿਧੀ ਦੀ ਵਰਤੋਂ ਕਰਦੇ ਹੋਏ ਕੀਤਾ ਸੀ, ਨੇ ਤੁਹਾਨੂੰ ਦੱਸਿਆ ਕਿ ਤੁਹਾਡੇ ਕੋਲ ਹਾਫ ਓਡ ਇੰਟੀਗਰਲ ਹੋ ਸਕਦਾ ਹੈ, ਅਤੇ ਅਸੀਂ ਇਹ ਸਿੱਟਾ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇ ਇੰਟੀਗਰਲ ਜਾਂ ਹਾਫ ਓਡ ਇੰਟੀਗਰਲ ਹੋ ਸਕਦਾ ਹੈ, ਤੁਸੀਂ ਹਰ ਚੀਜ਼ ਨੂੰ ਯੂਨੀਵਰਸਲ ਜੇ ਦੇ ਤੌਰ ਤੇ ਰੱਖਣਾ ਚਾਹੁੰਦੇ ਹੋ ਜੋ ਕਿ ਇੰਟੀਗਰਲ ਹੈ ਅਤੇ ਹਾਫ ਓਡ ਇੰਟੀਗਰਲ ਹੈ। ਤੁਹਾਨੂੰ SU2 ਨਾਲ ਕੰਮ ਕਰਨਾ ਹੋਵੇਗਾ। ਇਹਨਾਂ ਵਿੱਚੋਂ ਕੁਝ ਤੁਹਾਡੇ ਲਈ ਪ੍ਰੈਕਟਿਸ ਐਕਸਰਸਾਈਜ਼ ਹਨ, ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਕਰੋ। ਇਹ ਮੈਟ੍ਰਿਕਸ ਐਲੀਮੈਂਟ ਕੀ ਹੋਵੇਗਾ? J ਮਾਈਨਸ J ਪਲਸ J ਮਾਈਨਸ ਦਾ ਹਰਮੀਟੀਅਨ ਕੰਜੂਗੇਟ ਹੈ। ਇਹ ਮੈਟ੍ਰਿਸਿਸ ਐਲੀਮੈਂਟਸ ਨੂੰ ਹਮੇਸ਼ਾ ਇਹ ਹੋਣਾ ਚਾਹੀਦਾ ਹੈ। ਮੈਂ ਇਸ ਨੂੰ ਸੰਖੇਪ ਰੂਪ ਵਿੱਚ ਦਿਖਾਉਣ ਲਈ ਇੱਥੇ J ਨੂੰ ਸਪਰੈਸ ਕੀਤਾ ਹੈ, ਪਰ ਇਸਨੇ ਇਸ ਛੋਟੇ J ਨੂੰ ਇੱਥੇ ਰੱਖਿਆ ਹੈ। ਇਹ ਮੈਟ੍ਰਿਕਸ ਐਲੀਮੈਂਟ ਕੀ ਹੋਵੇਗਾ? ਇਹ ਦਲੀਲ ਕਿਉਂ ਸੀ ਕਿ ਹਾਰਮੋਨਿਕ ਓਸੀਲੇਟਰ ਵਿੱਚ ਇੱਕ ਡੈਗਰ ਇੱਕ ਐਕਸਪੈਕਟੇਸ਼ਨ ਵੈਲਿਊ ਪੋਜ਼ਿਟਿਵ ਸੀ ਨਿਸ਼ਚਿਤ ਤੌਰ ਤੇ। ਉਹੀ ਦਲੀਲ ਇੱਥੇ ਲੰਘੇਗੀ। M ਤੇ J ਮਾਈਨਸ ਇਹ ਤੁਹਾਨੂੰ ਇੱਕ ਨਵੀਂ ਸਟੇਟ ਦਿੰਦਾ ਹੈ। ਤਾਂ ਡਿਊਲ ਵੈਕਟਰ ਸਟੇਟ ਡਿਊਲ ਰਾਹ ਸਟੇਟ M ਤੇ J ਪਲਸ ਦੇ ਅਨੁਸਾਰ ਹੋਵੇਗੀ। ਇਹ ਹਮੇਸ਼ਾ 0 ਤੋਂ ਵੱਡਾ ਜਾਂ ਬਰਾਬਰ ਹੋਣਾ ਚਾਹੀਦਾ ਹੈ। ਇਸ ਲਈ ਇਸ ਨੂੰ ਆਪਣੇ Jx ਪਲਸ Ij y Jx ਮਾਈਨਸ Ij y ਦੇ ਰੂਪ ਵਿੱਚ ਸਪਸ਼ਟ ਤੌਰ ਤੇ ਦੁਬਾਰਾ ਲਿਖੋ। ਅਤੇ ਤੁਸੀਂ ਇਸ ਨੂੰ ਸਪਸ਼ਟ ਤੌਰ ਤੇ ਲਿਖ ਸਕਦੇ ਹੋ ਕਿ ਅਸੀਂ Jx ਸਕੁਏਅਰ Jy ਸਕੁਏਅਰ ਨੂੰ ਵੀ ਲਿਖਿਆ ਜਾ ਸਕਦਾ ਹੈ, ਜਿਵੇਂ ਤੁਸੀਂ ਇਸ ਵਿੱਚ Jz ਸਕੁਏਅਰ ਜੋੜ ਸਕਦੇ ਹੋ ਅਤੇ ਇਸ ਵਿੱਚ Jz ਨੂੰ ਘਟਾ ਸਕਦੇ ਹੋ। ਇਸ ਤਰੀਕੇ ਨਾਲ ਤੁਸੀਂ ਜਾਣਦੇ ਹੋ ਕਿ ਇਹ ਇਸ ਸਟੇਟ ਨੂੰ ਇਸ ਮੈਗਨੇਟਿਕ ਕੁਆਂਟਮ ਨੰਬਰ ਦੀਆਂ ਆਈਗਨ ਸਟੇਟਸ ਲਿਖਣ ਵਿੱਚ ਸਾਡੀ ਮਦਦ ਕਰੇਗਾ, ਅਤੇ ਮੈਂ J ਨੂੰ ਸਪਰੈਸ ਕਰ ਦਿੱਤਾ ਹੈ। ਤੁਸੀਂ J ਰੱਖ ਸਕਦੇ ਹੋ। ਓਕੇ, ਤੁਸੀਂ ਇਹ ਕਰ ਸਕਦੇ ਹੋ। ਤੁਸੀਂ ਇਸ Jx ਸਕੁਏਅਰ ਅਤੇ Jy ਸਕੁਏਅਰ ਨੂੰ J ਸਕੁਏਅਰ ਮਾਈਨਸ Jz ਸਕੁਏਅਰ ਦੇ ਰੂਪ ਵਿੱਚ ਦੁਬਾਰਾ ਲਿਖ ਸਕਦੇ ਹੋ, ਅਤੇ ਇਹ J ਵਿੱਚ J ਪਲਸ ਇੱਕ H ਕ੍ਰਾਸ ਠੀਕ ਹੋਵੇਗਾ। ਕਿਰਪਾ ਕਰਕੇ ਇਸ ਨੂੰ ਦੁਬਾਰਾ ਕਰੋ। ਇਸ ਨੂੰ J ਪਲਸ ਅਤੇ J ਮਾਈਨਸ ਇੰਟਰਚੇਂਜ ਨਾਲ ਵੀ ਦੁਬਾਰਾ ਕਰੋ ਜੋ ਕਿ ਪੋਜ਼ਿਟਿਵ ਡੈਫੀਨੇਟ ਹੋਵੇਗਾ। ਕਿਰਪਾ ਕਰਕੇ J ਮਾਈਨਸ J ਪਲਸ ਲਈ ਇਹੋ ਜਿਹੀ ਕਸਰਤ ਕਰੋ। ਇਹ ਉਹ ਹੈ ਜੋ ਮੈਂ ਤੁਹਾਡੇ ਲਈ ਬਹਿਸ ਕਰ ਰਿਹਾ ਸੀ ਕਿ M ਤੇ J ਮਾਈਨਸ ਤੁਸੀਂ ਇਸ ਨੂੰ ਕੇਟ ਦੇ ਰੂਪ ਵਿੱਚ ਪਾ ਸਕਦੇ ਹੋ, ਅਤੇ ਫਿਰ ਇੱਕ ਕੀ ਦੋਹਰੀ ਕੇਟ ਇਸ ਤਰ੍ਹਾਂ ਦੀ ਹੋਵੇਗੀ, ਅਤੇ ਇਹ ਪੋਜ਼ਿਟਿਵ ਨਿਸ਼ਚਿਤ ਹੈ। ਅਤੇ ਸਮਾਨਤਾ ਬਰਾਬਰ 0 ਉਦੋਂ ਹੋਵੇਗੀ ਜਦੋਂ ਤੁਹਾਡੇ ਕੋਲ ਇੱਕ ਅਜਿਹੀ ਸਟੇਟ ਹੋਵੇਗੀ ਜਿਸ ਦਾ ਬਾਉਂਡ ਘੱਟ ਹੈ। ਉਸ ਘੱਟ ਬਾਉਂਡ ਵਾਲੀ ਸਟੇਟ ਤੇ J ਮਾਈਨਸ 0 ਹੈ। ਇਹ ਵੀ ਹਾਰਮੋਨਿਕ ਓਸੀਲੇਟਰ ਦੀ ਤਰ੍ਹਾਂ ਇੱਥੋਂ ਆਪਣੇ ਆਪ ਆ ਜਾਂਦਾ ਹੈ ਜਿੱਥੇ ਅਸੀਂ ਨੰਬਰ ਆਪਰੇਟਰ ਮੈਟ੍ਰਿਕਸ ਐਲੀਮੈਂਟ ਲਿਆ ਹੈ ਪੋਜ਼ਿਟਿਵ ਨਿਸ਼ਚਿਤ ਹੈ। ਤੁਸੀਂ ਸ਼ਵਿੰਗਰ ਮੈਕੈਨਿਜ਼ਮ ਸ਼ਵਿੰਗਰ ਓਸੀਲੇਟਰ ਤਰੀਕੇ ਦਾ ਸਹਾਰਾ ਲਏ ਬਿਨਾਂ ਉਹੀ ਐਕਸਰਸਾਈਜ਼ ਕਰ ਸਕਦੇ ਹੋ। ਤੁਸੀਂ ਇੱਥੇ ਇਹ ਕਰ ਸਕਦੇ ਹੋ। ਲੋੜਾਂ ਕੀ ਹਨ ਤਾਂ ਇਹ 0 ਤੋਂ ਵੱਧ ਜਾਂ ਬਰਾਬਰ ਹੋਣ ਤੇ ਇੱਥੇ ਇੱਕ ਕਿਸਮ ਦੀ ਪਾਬੰਦੀ ਇਸ ਨੂੰ ਸਰਲ ਬਣਾਓ। ਇਹ 0 ਤੋਂ ਵੱਡਾ ਜਾਂ ਬਰਾਬਰ ਹੋਣਾ ਚਾਹੀਦਾ ਹੈ। ਇੱਕ ਨਵੇਂ ਪੂਰਨ ਅੰਕ k ਨੂੰ ਲੱਭਣ ਲਈ ਇਹ 0 ਤੋਂ ਵੱਡਾ ਜਾਂ ਬਰਾਬਰ ਦਾ ਸਵਾਲ ਸਿਰਫ 2 ਹੈ। ਦੇਖੋ ਕਿ ਤੁਹਾਡਾ M ਮਾਈਨਸ J ਤੋਂ ਪਲਸ J ਤੱਕ ਵੈਲਿਊ ਲੈਂਦਾ ਹੈ। ਕੀ ਅਸੀਂ ਉੱਥੇ ਇੱਕ ਵੱਖਰੀ ਦਲੀਲ ਦੁਆਰਾ ਕੀਤਾ ਹੈ, ਪਰ ਤੁਸੀਂ ਇਸ ਦਲੀਲ ਨੂੰ ਠੀਕ ਕਰ ਸਕਦੇ ਹੋ। ਇਸ ਲਈ ਤੁਸੀਂ ਲੱਭਦੇ ਹੋ ਕਿ ਮੈਗਨੇਟਿਕ ਕੁਆਂਟਮ ਨੰਬਰ M ਵਿੱਚ ਕਿਸੇ ਕਿਸਮ ਦੀ ਰਿਸਟ੍ਰਿਕਸ਼ਨ ਹੈ। ਅਸਲ ਵਿੱਚ ਜੋ -k ਤੋਂ -k ਪਲਸ H ਕ੍ਰਾਸ ਤੱਕ ਜਾ ਰਿਹਾ ਹੈ, ਅਤੇ ਸਮਾਨਤਾ ਲਾਗੂ ਹੁੰਦੀ ਹੈ ਜਦੋਂ J ਮਾਈਨਸ M 0 ਦੇ ਬਰਾਬਰ ਹੁੰਦਾ ਹੈ। ਤੁਸੀਂ J ਪਲਸ ਅਤੇ J ਮਾਈਨਸ ਇੰਟਰਚੇਂਜ ਨਾਲ ਵੀ ਇਹੀ ਕੰਮ ਕਰ ਸਕਦੇ ਹੋ। ਓਕੇ, ਤੁਹਾਨੂੰ ਦੁਬਾਰਾ ਜਾਂਚ ਕਰਨ ਲਈ ਛੱਡੋ। ਮੈਨੂੰ ਦੱਸੋ ਕਿ ਕੀ ਮੈਂ ਇਸ ਵਿੱਚ ਕੋਈ ਗਲਤੀ ਕੀਤੀ ਹੈ। ਓਕੇ, ਅਤੇ ਇਕੁਏਜ਼ਨ 3 ਅਤੇ ਇਕੁਏਜ਼ਨ 4 ਨੂੰ ਦੇਖਦੇ ਹੋਏ ਤੁਸੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਮੈਗਨੇਟਿਕ ਕੁਆਂਟਮ ਲਈ ਸਧਾਰਨ ਰੇਂਜ ਕੀ ਹੈ, ਅਤੇ ਇਹ ਪਤਾ ਚੱਲੇਗਾ ਕਿ ਇਹ ਸਧਾਰਨ ਰੇਂਜ
ਕੇ ਤੋਂ ਪਲਸ ਕੇ ਤੱਕ ਹੋਵੇਗੀ। ਮੈਨੂੰ ਲੱਗਦਾ ਹੈ ਕਿ ਇਹ h ਕ੍ਰਾਸ ਸਹੀ ਨਹੀਂ ਹੈ। ਇਹ ਨਹੀਂ ਹੈ, ਹਾਂ, ਜਾਂ ਤੁਸੀਂ ਹਰ ਜਗ੍ਹਾ h ਕ੍ਰਾਸ ਲਗਾ ਦਿੰਦੇ ਹੋ। ਓਕੇ, ਇਹ ਇੱਕ ਸਿਸਟੇਮੈਟਿਕ ਐਕਸਰਸਾਈਜ਼ ਹੈ ਜਿੱਥੇ ਅਸੀਂ ਜਾਣਦੇ ਹਾਂ ਕਿ ਜੇ ਮਾਈਨਸ ਜਾਂ ਮਾਈਨਸ ਕੀ 0 ਅਤੇ ਜੇ ਪਲਸ ਤੇ ਪਲਸ ਕੀ 0 ਹੈ ਅਤੇ ਸਾਨੂੰ ਮਾਈਨਸ ਕੇ ਤੋਂ ਪਲਸ ਕੇ ਤੱਕ ਮੈਗਨੇਟਿਕ ਕੁਆਂਟਮ ਨੰਬਰ ਦੀ ਰੇਂਜ ਮਿਲਦੀ ਹੈ ਅਤੇ ਫਿਰ ਸਾਨੂੰ ਪੌੜੀ ਦਾ ਆਪਰੇਸ਼ਨ ਕਰਨਾ ਪਵੇਗਾ। ਇਹ ਉਹ ਹੈ ਜੋ ਮੈਂ ਤੁਹਾਨੂੰ ਪਿਛਲੇ ਲੈਕਚਰ ਵਿੱਚ ਦੱਸ ਰਿਹਾ ਸੀ। ਤੁਸੀਂ ਜਾ ਸਕਦੇ ਹੋ ਅਤੇ ਇਸ ਨੂੰ ਇੱਕ ਐਂਗੂਲਰ ਮੋਮੈਂਟਮ ਅਲਜਬਰੇ ਨਾਲ ਕਰ ਸਕਦੇ ਹੋ ਜੋ ਮੈਂ ਤੁਹਾਡੇ ਲਈ ਇੱਥੇ ਦੁਬਾਰਾ ਤਿਆਰ ਕਰ ਰਿਹਾ ਹਾਂ। ਇਸ ਅਲਜਬਰੇ ਦੀ ਵਰਤੋਂ ਕਰੋ ਤਾਂ ਇਹ ਅਲਜਬਰਾ ਹੈ ਜਿਸ ਨੂੰ ਤੁਸੀਂ ਹੱਲ ਕਰਨਾ ਚਾਹੁੰਦੇ ਹੋ ਅਤੇ ਫਿਰ ਜੇਕਰ ਤੁਸੀਂ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਤੁਸੀਂ ਇਹ ਦਿਖਾਉਣ ਦੇ ਯੋਗ ਹੋਵੋਗੇ ਜੇ -mjz ਦੀ ਇੱਕ ਆਈਗਨ ਸਟੇਟ ਹੈ m- ਇੱਕ ਆਈਗਨ ਵੈਲਿਊ ਹੈ ਅਤੇ ਜੇ z ਦੀ ਸੀਰੀਜ਼ -k ਤੋਂ +k ਤੱਕ ਜਾਣੀ ਚਾਹੀਦੀ ਹੈ। ਤੁਹਾਨੂੰ ਇਹ ਵੀ ਦੱਸੇਗਾ ਕਿ ਤੁਸੀਂ ਇਹ ਲੋਅਰਿੰਗ ਆਪਰੇਟਰ ਕਰਦੇ ਰਹਿ ਸਕਦੇ ਹੋ ਕਿੰਨੀ ਵਾਰ -k ਤੋਂ ਘੱਟ ਨਹੀਂ ਹੋਣਾ ਚਾਹੀਦਾ। ਇਹ ਤੁਹਾਡੇ ਲਈ ਨਿਰਧਾਰਤ ਕਰੇਗਾ ਕਿ ਤੁਸੀਂ ਇਹ ਕਿੰਨੀ ਵਾਰ ਕਰ ਸਕਦੇ ਹੋ ਤਾਂ ਤੁਸੀਂ ਅਜਿਹਾ ਕਰ ਸਕਦੇ ਹੋ ਅਤੇ ਜੇ z ਦੇ ਆਈਗਨ ਵੈਲਿਊ ਪ੍ਰਾਪਤ ਕਰ ਸਕਦੇ ਹੋ ਤੁਸੀਂ ਇਸ ਨੂੰ m-h ਕ੍ਰਾਸ m-1h ਕ੍ਰਾਸ m-2h ਕ੍ਰਾਸ ਕਰਨ ਲਈ ਫਿਕਸ ਕਰ ਸਕਦੇ ਹੋ ਅਤੇ ਇਸ ਨੂੰ -k ਨੂੰ ਟਰਮੀਨੇਟਡ ਕਰਨਾ ਚਾਹੀਦਾ ਹੈ। ਅਸੀਂ ਕੰਜੂਇਟ ਰਿਲੇਸ਼ਨ ਵੀ ਕਰ ਸਕਦੇ ਹਾਂ। ਇਹ ਜੇ z ਅਤੇ ਜੇ ਮਾਈਨਸ ਨਾਲ ਕੀਤਾ ਜਾਂਦਾ ਹੈ ਤੁਸੀਂ ਇਸ ਨੂੰ ਜੇ z ਅਤੇ ਜੇ ਪਲਸ ਨਾਲ ਕਰ ਸਕਦੇ ਹੋ ਅਤੇ ਤੁਸੀਂ m-h ਕ੍ਰਾਸ m+1h ਕ੍ਰਾਸ ਅਤੇ ਇਸ ਤਰ੍ਹਾਂ ਦੇ ਕਦਮਾਂ ਵਿੱਚ ਜਾ ਸਕਦੇ ਹੋ ਜੋ ਤੁਹਾਨੂੰ ਜੇ z ਆਈਗਨਾ ਵੈਲਿਊ ਦੀ ਸਪੈਨ ਦੇਵੇਗਾ ਜੋ -k ਤੋਂ +k ਤੱਕ ਜਾਂਦਾ ਹੈ ਅਤੇ ਤੁਸੀਂ ਪਹਿਲਾਂ ਹੀ ਦੇਖ ਚੁੱਕੇ ਹੋ ਕਿ ਇਹ ਦੋਵੇਂ ਸਾਈਡਾਂ ਟਰਮੀਨੇਟ ਹੋ ਜਾਣਾ ਚਾਹੀਦਾ ਹੈ। -k ਤੇ ਜੇ -0 ਹੈ ਅਤੇ ਜੇ ਪਲਸ ਤੇ +k 0 ਹੈ। ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਅਤੇ ਕਹਿ ਸਕਦੇ ਹੋ ਕਿ ਇਹ ਹਮੇਸ਼ਾ k ਵੈਲਿਊ ਜਾਂ ਤਾਂ ਇੰਟੀਗਰਲ ਜਾਂ ਹਾਫ ਆਰਡਰ ਇੰਟੀਗਰਲ ਹੋ ਸਕਦਾ ਹੈ। ਇਹ ਸਿਰਫ ਦੋ ਸੰਭਾਵਨਾਵਾਂ ਹਨ ਅਤੇ ਤੁਸੀਂ ਆਪਣੇ k ਨੂੰ ਐਂਗੂਲਰ ਮੋਮੈਂਟਮ j ਨੂੰ j ਵਿੱਚ j+1h ਕ੍ਰਾਸ ਦੀ ਬਜਾਏ k ਦੁਆਰਾ ਪਰਿਭਾਸ਼ਿਤ ਕਰ ਸਕਦੇ ਹੋ। ਇਸ ਲਈ ਐਂਗੂਲਰ ਮੋਮੈਂਟਮ ਦੀ ਸੰਭਾਵੀ ਵੈਲਿਊ ਇੱਕੋ ਜਿਹੇ ਹੋਣਗੇ ਤਾਂ ਕਿ k ਵਿੱਚ h ਕ੍ਰਾਸ ਸ਼ਾਮਲ ਹੋਵੇ। k nh2 ਦੁਆਰਾ ਕ੍ਰਾਸ ਹੈ ਜਿੱਥੇ n ਪੋਜ਼ਿਟਿਵ ਇੰਟੀਜਰ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਇਹ ਓਡ ਹੈ ਤਾਂ ਇਹ ਹਾਫ ਓਡ ਇੰਟੀਜਰ ਹੈ ਜੇਕਰ n ਈਵਨ ਹੈ ਤਾਂ ਇਹ ਇੰਟੀਜਰ ਹੋਵੇਗਾ ਅਤੇ ਤੁਸੀਂ ਇਸ ਨੂੰ ਠੀਕ ਕਰ ਸਕਦੇ ਹੋ ਕਿ ਇੱਥੇ ਜੇ ਕੀ ਹੈ ਜੇ ਸਿਰਫ ਟਰਮਜ਼ ਵਿੱਚ ਹੈ ਤੁਸੀਂ ਇਸ ਨੂੰ n/2 ਦੇ ਰੂਪ ਵਿੱਚ ਫਿਕਸ ਕਰ ਸਕਦੇ ਹੋ। ਆਓ ਅਸੀਂ ਹਾਰਮੋਨਿਕ ਓਸੀਲੇਟਰ ਲੈਡਰ ਆਪਰੇਟਰਾਂ ਦੇ ਰੂਪ ਵਿੱਚ ਪ੍ਰਤੀਨਿਧਤਾ ਦਾ ਸਹਾਰਾ ਲਏ ਬਿਨਾਂ ਸਿਰਫ ਮੋਮੈਂਟਮ ਅਲਜਬਰੇ ਦੇ ਨਾਲ ਜਾਣ ਦਾ ਸੰਖੇਪ ਕਰੀਏ। ਤੁਸੀਂ ਇਹ ਵੀ ਫਿਕਸ ਕਰ ਸਕਦੇ ਹੋ ਕਿ ਤੁਹਾਡੇ ਐਂਗੂਲਰ ਮੋਮੈਂਟਮ ਦੇ ਸੰਭਾਵੀ ਵੈਲਿਊ ਕੀ ਹਨ ਅਤੇ ਤੁਸੀਂ ਜੇ ਸਕੁਏਅਰ ਦੇ ਆਈਗਨ ਵੈਲਿਊ ਵੀ ਲੱਭ ਸਕਦੇ ਹੋ ਜਿਸ ਨਾਲ ਅਸੀਂ ਜਾਣਦੇ ਸੀ ਕਿ j ਵਿੱਚ j+1 ਹੈ ਅਤੇ ਜੇ z ਦੇ ਆਈਗਨ ਵੈਲਿਊ -jh ਕ੍ਰਾਸ ਤੋਂ +jh ਕ੍ਰਾਸ ਤੱਕ ਜਾਂਦੇ ਹਨ। ਫਿਰ ਲੋਅਰਿੰਗ ਅਤੇ ਰੇਜ਼ਿੰਗ ਆਪਰੇਟਰ ਆਉਂਦੇ ਹਨ। ਕੀ ਤੁਸੀਂ ਇਸ ਪਲਸ ਜਾਂ ਮਾਈਨਸ ਨੂੰ j ਪਲਸ ਜਾਂ -gn ਕਹਿ ਸਕਦੇ ਹੋ ਅਤੇ ਇਸ ਅਲਜੈਬਰਾ ਦੀ ਵਰਤੋਂ ਕਰੋ ਅਤੇ ਕੋਸ਼ਿਸ਼ ਕਰੋ ਅਤੇ ਲਿਖੋ ਜਿਸ ਤਰ੍ਹਾਂ ਅਸੀਂ cn ਅਤੇ dn ਲਿਖਿਆ ਹੈ ਉਹੀ ਕੰਮ ਇੱਥੇ ਕਰੋ। ਓਕੇ, ਆਓ ਅਸੀਂ jm ਤੇ j ਪਲਸ ਜਾਂ ਮਾਈਨਸ ਨੂੰ c ਪਲਸ ਜਾਂ ਮਾਈਨਸ ਨੂੰ jm ਪਲਸ ਜਾਂ -1 ਵਜੋਂ ਦਰਸਾਉਂਦੇ ਹਾਂ। ਮੈਂ ਹਾਰਮੋਨਿਕ ਓਸੀਲੇਟਰ ਪਹੁੰਚ ਦੁਆਰਾ ਕੀਤਾ ਸੀ। ਮੈਂ ਕਿਹਾ ਤੁਸੀਂ ਕਿਰਪਾ ਕਰਕੇ ਇਸ ਦੀ ਜਾਂਚ ਕਰੋ ਅਤੇ ਅੱਜ ਇਸ ਬਾਰੇ ਚਰਚਾ ਕਰਾਂਗੇ। ਇਸ ਵਾਰ ਮੈਂ ਵੀ ਚਰਚਾ ਨਹੀਂ ਕਰ ਰਹੀ ਹਾਂ, ਮੈਂ ਇਹ ਕਹਿਣਾ ਕਿ ਇਹ ਇੱਕ ਅਭਿਆਸ ਹੈ। ਤੁਸੀਂ ਕਿਰਪਾ ਕਰਕੇ ਇਸ ਨੂੰ ਆਪਣੇ ਆਪ ਤਿਆਰ ਕਰੋ। ਮੈਂ ਇਸ ਨੂੰ ਸੰਪੂਰਨਤਾ ਲਈ ਰੱਖ ਰਹੀ ਹਾਂ ਤਾਂ ਜੋ ਤੁਸੀਂ ਜਾ ਕੇ ਇਸ ਨੂੰ ਵੇਖ ਸਕੋ ਜੇਕਰ ਤੁਸੀਂ ਕੋਈ ਗਲਤੀ ਕਰਦੇ ਹੋ। ਅਸਲ ਵਿੱਚ ਮੈਂ ਬਹੁਤ ਤੇਜ਼ੀ ਨਾਲ ਜਾ ਰਹੀ ਹਾਂ ਕਿਉਂਕਿ ਮੈਂ ਕਿਹਾ ਕਿ ਇਹ ਤੁਹਾਡੇ ਲਈ ਅਭਿਆਸ ਹੈ। ਅਜਿਹਾ ਕਰੋ ਅਤੇ ਪਤਾ ਲਗਾਓ ਕਿ c ਪਲਸ ਜਾਂ ਮਾਈਨਸ ਮੋਡ ਸਕੁਏਅਰ ਕੀ ਹੈ ਅਤੇ c ਪਲਸ ਜਾਂ ਮਾਈਨਸ ਐਂਗੂਲਰ ਮੋਮੈਂਟਮ ਇਸ ਤਰੀਕੇ ਨਾਲ ਵੀ ਅਲਜੈਬਰੇ ਤੋਂ ਬਾਹਰ ਨਿਕਲ ਜਾਵੇਗਾ। ਮੈਂ ਇਸ ਨੂੰ ਤੁਹਾਡੇ ਲਈ ਛੱਡਾਂਗੀ। ਮੈਂ ਇੱਥੇ ਰੁਕਾਂਗੀ।